ਤੁਸੀਂ ਰਜਿਸਟਰੀ ਕਰਾਉਣੀ ਹੈ, ਤੁਸੀਂ ਆਨਲਾਈਨ ਰਜਿਸਟਰੀ ਆਪ ਵੀ ਲਿਖ ਸਕਦੇ ਹੋ। ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ, ਉਹ ਤੇ ਕਲਿੱਕ ਕਰਕੇ ਤਾਂ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ 'ਚ ਕਰਤੀ ਰਜਿਸਟਰੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਇਦਾਦ ਦੀ ਖਰੀਦੋ ਫਰੋਖਤ ਸਮੇਂ ਲੋਕਾਂ ਦੀ ਖੱਜਲ ਖੁਆਰੀ ਅਤੇ ਰਿਸ਼ਵਤਖੋਰੀ ਨੂੰ ਠੱਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਉਪਰਾਲੇ ਨਾਲ ਹੁਣ ਜ਼ਮੀਨ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ। ਨਾਲ ਹੀ ਲੋਕਾਂ ਦੀ ਦਫ਼ਤਰਾਂ 'ਚ ਖੱਜਲ ਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਲੋਕਾਂ ਦੇ ਕੋਲ ਈਜ਼ੀ ਜਮਾਬੰਦੀ ਪੋਰਟਲ ਦਾ ਵੀ ਵਿਕਲਪ ਹੈ, ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮਾਬੰਦੀ ਦੀ ਤਸਦੀਕਸ਼ੁਦਾ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਸਾਰੇ ਪ੍ਰੋਸੈਸ ਨੂੰ ਬਹੁਤ ਈਜ਼ੀ ਕੀਤਾ ਗਿਆ ਹੈ। ਸਟੈਪ ਬਾਏ ਸਟੈਪ ਗਾਈਡ ਵੀ ਕੀਤਾ ਜਾਂਦਾ ਵਾ। ਇਹਦੇ ਵਿੱਚ ਆਮ ਬੰਦਾ ਆਪਣੇ ਘਰੇ ਬੈਠੇ ਡੀਡ ਆਪਣੀ ਟਾਈਪ ਕਰ ਸਕਦਾ। ਪਰਫਾਰਮਾ ਬਣੇ ਹੋਏ ਨੇ, ਐਪਲੀਕੇਸ਼ਨ ਫਾਰਮ ਬਣੇ ਹੋਏ ਨੇ, ਅਵੇਲੇਬਲ ਨੇ ਵੈਬਸਾਈਟ ਉੱਪਰ। ਉੱਥੇ ਸਟੈਪ ਬਾਏ ਸਟੈਪ ਬੰਦਾ ਆਪਣਾ ਸੈਲਰ ਦੀ ਡਿਟੇਲਸ, ਬਾਇਰ ਦੀ ਡਿਟੇਲਸ, ਪ੍ਰੋਪਰਟੀ ਦੀ ਡਿਟੇਲਸ ਪਾ ਕੇ ਅਪਰੂਵਲ ਲੈ ਸਕਦਾ। ਨਵਰਾਤਰਿਆਂ ਦੇ ਤਿਉਹਾਰ ਚੱਲ ਰਹੇ ਨੇ ਤੇ ਅੱਜ ਕੰਜਕ ਪੂਜਨ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ। ਲੋਕ ਆਪਣੇ ਘਰਾਂ ਦੇ ਵਿੱਚ ਕੰਜਕ ਪੂਜਨ ਬਿਠਾ ਰਹੇ ਨੇ ਤੇ ਇਸ ਵੇਲੇ ਮੌਜੂਦ ਆ ਮੈਂ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ, ਜਿੱਥੇ ਕਿ ਭਗਤਾਂ ਦਾ ਸਵੇਰ ਤੋਂ ਹੀ ਆਉਣਾ ਜਾਣਾ ਲੱਗਿਆ ਹੋਇਆ। ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਅੱਜ ਤਮਾਮ ਲੋਕ ਜਿਹੜੇ ਹੈਗੇ ਨੇ ਉਹ ਅੱਜ ਕੰਜਕ ਪੂਜਨ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾ ਰਹੇ ਨੇ। ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਪਹਿਲੀ ਵਾਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਕਿ 501 ਕੰਜਕ ਪੂਜਨ ਜਿਹੜਾ ਹੈਗਾ 11 ਵਜੇ ਦਾ ਪ੍ਰੋਗਰਾਮ ਉਹ ਰੱਖਿਆ ਗਿਆ। ਕੰਜਕ ਪੂਜਨ ਮਨਾਈ ਜਾਣੀ ਹੈ ਤੇ ਮੌਜੂਦ ਹਾਂ ਮੈਂ ਇਸ ਵੇਲੇ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਅੰਦਰ ਸ਼੍ਰੀ ਤ੍ਰਿਪੁਰਾ ਮਾਲਨੀ ਮੰਦਿਰ ਦੇ ਵਿੱਚ, ਜਿੱਥੇ ਕਿ ਭਗਤ ਜਨ ਜਿਹੜੇ ਹੈਗੇ ਸਵੇਰੇ ਸਵੇਰੇ ਮਾਂ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚੇ ਹੋਏ ਨੇ। ਪੂਜਾ ਅਰਚਨਾ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਤੇ ਭਾਰਤ ਵਰਸ਼ ਵਿੱਚ ਪੂਰੇ ਦੇਸ਼ ਵਿੱਚ ਅੱਜ ਕੰਜਕ ਪੂਜਨ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਔਰ ਸਵੇਰ ਤੋਂ ਹੀ ਭਗਤਾਂ ਦਾ ਤਾਂਤਾ ਜਿਹੜਾ ਮੰਦਿਰਾਂ ਦੇ ਵਿੱਚ ਲੱਗਾ ਹੋਇਆ ਔਰ ਲੋਕ ਆਪਣੀਆਂ ਮਨੋਕਾਮਨਾ ਪੂਰੀਆਂ ਕਰਨ ਵਾਸਤੇ ਮੰਦਿਰਾਂ ਦੇ ਵਿੱਚ ਪਹੁੰਚ ਰਹੇ ਨੇ। ਇਹ ਤਸਵੀਰਾਂ ਨੇ ਸ਼੍ਰੀ ਦੇਵੀ ਤਲਾਬ ਮੰਦਿਰ ਦੀ, ਜਿੱਥੇ ਕਿ ਲੋਕ ਆਪਣੇ ਕੰਜਕ ਪੂਜਨ ਲਈ ਮੰਦਿਰਾਂ ਦੇ ਵਿੱਚ ਪਹੁੰਚ ਰਹੇ ਨੇ ਤੇ ਨਾਲ ਦੇ ਨਾਲ ਜਿਹੜੇ ਆਪਣੀਆਂ ਮਨੋਕਾਮਨਾ ਜਿਹੜੀਆਂ ਹੈਗੀਆਂ ਨੇ ਉਹ ਕਰਨ ਵਾਸਤੇ ਮਾਤਾ ਦਾ ਆਸ਼ੀਰਵਾਦ ਜਿਹੜਾ ਹੈਗਾ ਉਹ ਲੈ ਰਹੇ ਨੇ। ਤੇ ਖਾਸ ਗੱਲ ਅੱਜ ਇਹ ਵੀ ਹੈ ਕਿ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਸ਼੍ਰੀ ਰਾਮ ਹਾਲ ਦੇ ਵਿੱਚ 501 ਕੰਜਕ ਪੂਜਨ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਖਿਆ ਗਿਆ ਔਰ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਸ਼੍ਰੀ ਤ੍ਰਿਪੁਰਾ ਮਾਲਨੀ ਮੰਦਿਰ ਦਾ ਇਤਿਹਾਸ ਵੀ ਆਪਣੇ ਆਪ ਦੇ ਵਿੱਚ ਇੱਕ ਦੱਸਣਯੋਗ ਹੈ ਕਿ ਜਦੋਂ ਮਾਤਾ ਸਤੀ ਜੀ ਹੋਏ ਸੀਗੇ ਉਦੋਂ ਹੀ ਮਾਤਾ ਸਤੀ ਦਾ ਅੰਗ ਜਿਹੜੇ ਸੀਗੇ ਉਹ ਇੱਥੇ ਵੀ ਡਿੱਗੇ ਸੀਗੇ, ਜਿੱਥੇ ਕਿ ਇਹ ਤ੍ਰਿਪੁਰਾ ਮਾਲਨੀ ਜਾਂ ਮੰਦਿਰ ਦੀ ਸਥਾਪਨਾ ਹੋਈ। ਔਰ ਮੈਂ ਕੋਸ਼ਿਸ਼ ਕਰਾਂਗਾ ਇੱਥੇ ਦੇ ਜਿਹੜੇ ਪੁਜਾਰੀ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ। ਤਾਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ। पंडित जी, आज कंजक पूजन का त्यौहार है, आज किस तरह से आज देखते हो कि किस तरह से पूजा अर्चना होनी चाहिए? जी, कंजक पूजन तो ये है कि जो हमारे यहाँ परंपरा है सत्य सनातन धर्म में कि प्रथमम शैलपुत्री च द्वितीयम ब्रह्मचारिणीम तृतीयम चंद्रघंटेति कूष्मांडित चतुर्थकम पंचमम स्कंदमातेति षष्ठम कात्यायनीति च सप्तमम कालरात्रि महागौरीति चाष्टमम नवम सिद्धधात्री च नव दुर्गा प्रकीर्ता उत्तयता नामानि ब्रह्मणे महात्मने। हर जगह की अलग अलग परंपराएं हैं। जैसे हमारे पंजाब में है कि यहाँ लोग सप्तमी व्रत रहते हैं, अष्टमी को कंजक पूजन करके अपना व्रत पारण करते हैं। अभी आप उत्तर प्रदेश साइड या फिर मध्य प्रदेश साइड चले जाइए, उधर लोग
अष्टमी व्रत रह के नौवीं पारण करते हैं। तो अलग अलग प्रथाएं हैं अपनी, और हमें माता के 9 रूप यानी कि 9 साल की कन्याओं का जो 9 साल की कन्याओं तक रहती हैं उनका पूजन करना चाहिए विधि विधान से। उनको जो हमारी स्वेच्छा हो, दान दक्षिणा, भोजन इत्यादि कराना चाहिए, और माँ के स्वरूप में उनका दर्शन करना चाहिए। और भगवती की असीम अनुकंपा है, अम्बा त्रिपुर मालिनी, उनको तुरंत पूर्णी नाम से भी जाना जाता है। माता रानी सभी की मनोकामनाओं को पूर्ण करती हैं। भक्तों का सुबह से ही यहाँ पे तांता लगा हुआ है, और माता रानी सभी की मनोकामनाएं पूर्ण कर रही हैं। और जो भी व्रत रहे, और इस बार नवरात्रे बढ़े भी थे, जो तृतीया तिथि थी वो 2 दिन थी, इसी कारण नवरात्रा बढ़ा था। और नवरात्रा बढ़ना बहुत ही शुभकारी होता है, और बहुत ही कम आपको देखने को मिलेगा कि नवरात्रा बढ़ा हुआ है। और इस सुबह से ही आज जो है कि कल ही से शाम से अष्टमी लगी है, मगर शाम को हम कंजक पूजन नहीं कर सकते। तो आज सूर्योदय में, जब सूर्योदय में जो तिथि रहती है उसी तिथि को हम मानते हैं। तो आज सूर्योदय के समय अष्टमी तिथि है, इसीलिए कंजक पूजन आज हम कर रहे हैं। थोड़ा सा इतिहास के बारे में बता सके कि त्रिपुर मालिनी का इतिहास जो है, क्योंकि दर्शकों को, कई लोगों को इसके बारे में हाँ जी, जब राजा दक्ष की जो यानी माता पार्वती का पहला जो अवतार था, और सती के रूप में दक्ष जी के यहाँ हुआ था, तो उन्होंने भगवान शिव से अपना विवाह किया। और वो दक्ष, जो राजा दक्ष थे, वो शिव भगवान को पसंद नहीं करते थे। उन्होंने अपने यहाँ यज्ञ कराया, उसमें सभी बेटियों को अपने बुलाया, और इन्हें यानी आमंत्रण पत्र नहीं दिया। तो इन्होंने अपने पति से बोला, सती माता ने, कि मुझे जाना है। तो बोले कि आप जाइए, मैं नहीं जाऊंगा बिना निमंत्रण के। तो इन्होंने अपने पति की आज्ञा का अवहेलना करके चली गई। वहाँ गई, उनके अपने ही उनका उपहास उड़ाने लगे। फिर इन्होंने सोचा कि अब हम अपने पति के पास भी नहीं जा सकते, तो इससे बढ़िया है कि मैं इस यज्ञ को, अपने इस देह को इसी यज्ञ कुंड में भस्म कर दूं। फिर उन्होंने अपने योग विद्या से योग अग्नि प्रकट करके उसमें अपने शरीर को आत्मदाह कर लिया। और जब ये बात भगवान शिव को पता चली, तो उन्होंने अपने उसी समय वीरभद्र की उत्पत्ति हुई थी। उन्होंने अपने जटाओं का एक जटा उखाड़ा, उससे वीरभद्र और महाकाली की उत्पत्ति हुई। उन्होंने आदेश दिया कि जाओ, जो रास्ते में आए उसे सरधर उसका अलग करते जाओ। तो फिर यज्ञ कुंड से माता पार्वती का शव लेके तांडव करने लगे शंकर भगवान। तो सारी सृष्टि जो है विनाश की ओर अग्रसित हो रही थी। फिर भगवान विष्णु ने उनके मोह को भंग करने के लिए माता जी का यानी कि इनके शरीर को अपने चक्र से टुकड़े किए। 51 टुकड़े हुए, कहीं कहीं 52 भी लिखे हैं। और तो फिर 51 टुकड़ों में जो 8वां भाग है माता जी का, यहाँ पे बायां स्तन पतन हुआ है। और कहते हैं कि 5 शक्तिपीठों का बड़ा विशेष महत्व है। जालंधर में निवास करने वाली त्रिपुर मालिनी माता, और जैसे कि चिंतपूर्णी और नैना देवी, कामाख्या देवी और हिंगला माता जो पाकिस्तान में है। अगर आप 51 का नहीं कर सकते तो इन 5 का करिए। जैसे कि 12 ज्योतिर्लिंगों में काशी विश्वनाथ का विशेष महत्व है। इसी प्रकार यहाँ पे जब ये पिंडी जो है भगवान आदिगुरु शंकराचार्य जी ने, जिन्होंने चारों धाम, 12 ज्योतिर्लिंग, 51 शक्तिपीठों की स्थापना की, जब यहाँ पे आए तो पिंडी खुला था। तो वो फिर ये जो सरोवर है, इसी सरोवर का नव निर्माण करा, उससे माता रानी की स्वयंभू मूर्ति प्रकट हुई। फिर उन्होंने पिंडी के ऊपर इसी मूर्ति को स्थापित किया और ये सरोवर का फिर शो किया। और माँ भगवती की कृपा से, और इतिहासों में भी लिखा है कि जो तुरंत पूर्णी माता हैं उनका पिंडी दर्शन नहीं होता, मूर्ति दर्शन होता है। और यहाँ के भक्तों का ये भी मानना है कि यहाँ से जो कभी कोई खाली हाथ नहीं जाता, ठीक है। और माता की बड़ी असीम अनुकंपा है। और यहाँ पे विशेष प्रसाद यहाँ का खीर है। शुक्रवार के दिन यहाँ पे अत्यधिक, यानी रस तो हमेशा रहता है, अत्यधिक शुक्रवार के दिन अत्यधिक रस होता है। और माँ अम्बा त्रिपुर मालिनी, ये शरद नवरात्रि का आज 9वां दिन है, अष्टमी तिथि है। माँ भगवती सभी का कल्याण करें। आप सभी भक्तों को जो आपके चैनल से देख रहे हैं सभी को जय माता दी, जय माता दी, जय माता दी। बिल्कुल इस वेले ਜਿਹੜੇ ਲੋਕ ਹੈਗੇ ਨੇ, ਜਿਹੜੇ ਭਗਤ ਹੈਗੇ ਨੇ, ਅੱਜ ਦੇ ਇਸ ਤਿਉਹਾਰ ਨੂੰ, ਅੱਜ ਦੇ ਇਸ ਦਿਨ ਨੂੰ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ। ਔਰ ਇਤਿਹਾਸ ਬਾਰੇ ਵੀ ਪੰਡਤ ਜੀ ਹੋਰਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਦੇ ਨਾਲ ਮਾਤਾ ਸਤੀ ਵੱਲੋਂ ਆਪਣੇ ਆਪ ਨੂੰ ਹਵਨ ਯੱਗ ਦੇ ਵਿੱਚ ਪਾਇਆ ਤੇ ਉਸ ਤੋਂ ਬਾਅਦ
ਕਿਸ ਤਰ੍ਹਾਂ ਭਗਵਾਨ ਸ਼ਿਵ ਨੇ ਉਹਨਾਂ ਨੂੰ ਆਪਣੇ ਮੋਢਿਆਂ ਤੇ ਲੈ ਕੇ ਜਦੋਂ ਜਾ ਰਹੇ ਸੀਗੇ ਤੇ ਭਗਵਾਨ ਵਿਸ਼ਨੂੰ ਨੇ ਆਪਣੇ ਚੱਕਰ ਦੇ ਨਾਲ ਉਹਨਾਂ ਦੇ ਟੁਕੜੇ ਕੀਤੇ ਤੇ ਇੱਕ ਟੁਕੜਾ ਜਿਹੜਾ ਸੀਗਾ ਉਹ ਤ੍ਰਿਪੁਰਮਾਲੀ ਮੰਦਿਰ ਜਿਹੜਾ ਹੈਗਾ ਇੱਥੇ ਸਥਾਪਿਤ ਕੀਤਾ ਸ਼ੰਕਰਾਚਾਰਿਆ ਜੀ ਨੇ, ਉਹਨਾਂ ਦਾ ਇੱਕ ਟੁਕੜਾ ਜਿਹੜਾ ਸੀਗਾ ਉਹ ਇੱਥੇ ਡਿੱਗਿਆ ਸੀਗਾ। ਤੇ ਉਸ ਤੋਂ ਬਾਅਦ ਇਸ ਮੰਦਿਰ ਦੀ ਜਿਹੜੀ ਸਥਾਪਨਾ ਹੋਈ ਹੈ ਤਾਂ ਦੂਰੋਂ ਦੁਰਾਡਿਓਂ ਲੋਕ ਜਿਹੜੇ ਹੈਗੇ ਨੇ, ਭਗਤ ਜਨ ਜਿਹੜੇ ਹੈਗੇ ਨੇ, ਉਹ ਇੱਥੇ ਆਉਂਦੇ ਨੇ ਤੇ ਆਪਣੀਆਂ ਮਨੋਕਾਮਨਾ ਜਿਹੜੀਆਂ ਹੈਗੀਆਂ ਨੇ ਉਹ ਪੂਰੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ। ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ ਟੀਵੀ, ਜਲੰਧਰ।